BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਟੋਰਾਂਟੋ 'ਚ ਹੜ੍ਹਾਂ ਨਾਲ ਬੁਰਾ ਹਾਲ, ਬਿਨਾਂ ਬਿਜਲੀ ਤੋਂ 1 ਲੱਖ ਤੋਂ ਵੱਧ ਲੋਕ, ਕਈ ਲੋਕਾਂ ਨੂੰ ਹੜ੍ਹਾਂ 'ਚੋਂ ਕੀਤਾ ਗਿਆ ਰੈਸਕਿਊ। ਕੈਨੇਡਾ ਨੇ ਕੌਂਸਲ ਜਨਰਲਸ ਆਫੀਸ਼ੀਅਲ ਰੈਜ਼ੀਡੈਂਸ ਲਈ NYC ਲਗਜ਼ਰੀ ਕੋਂਡੋ ਤੇ $9 ਮਿਲੀਅਨ ਦੀ ਕੀਤੀ ਕਟੌਤੀ। ਡਾਊਨਟਾਊਨ ਬੈਂਕਾਕ 'ਚ ਇੱਕ ਹੋਟਲ ਵਿੱਚ 6 ਲੋਕਾਂ ਦੀਆਂ ਮਿਲੀਆਂ ਲਾਸ਼ਾਂ, ਪੁਲਿਸ ਨੂੰ ਸ਼ੱਕ ਮ੍ਰਿਤਕਾਂ ਨੂੰ ਦਿੱਤਾ ਗਿਆ ਜ਼ਹਿਰ। US ਸੈਨੇਟਰ ਬੌਬ ਮੈਨੇਂਡੇਜ਼ ਕੈਸ਼ ਅਤੇ ਗੋਲਡ ਵਿੱਚ ਰਿਸ਼ਵਤ ਲੈਣ ਅਤੇ ਇਜਿਪਟ ਦੇ ਫੋਰਨ ਏਜੰਟ ਵਜੋਂ ਕੰਮ ਕਰਨ ਦੇ ਪਾਏ ਗਏ ਦੋਸ਼ੀ। ਹੁਣ ਖਬਰਾਂ ਵਿਸਥਾਰ ਨਾਲ। ਗ੍ਰੇਟਰ ਟੋਰਾਂਟੋ ਖੇਤਰ ਵਿੱਚ ਵਿਆਪਕ ਹੜ੍ਹ ਆਉਣ ਤੋਂ ਬਾਅਦ ਹੁਣ ਐਨਵਾਇਰਨਮੈਂਟ ਕੈਨੇਡਾ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਜੇ ਵੀ 125 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਮੌਸਮ ਏਜੰਸੀ ਨੇ GTA ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਪ੍ਰਤੀ ਘੰਟਾ 40 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਚੱਲਦੇ ਬ੍ਰਿਟਿਸ਼ ਕੋਲੰਬੀਆ ਰੋਡ ਤੋਂ ਸਟ੍ਰਾਨ ਐਵੇਨਿਊ ਤੱਕ ਲੇਕ ਸ਼ੋਰ ਬੁਲੇਵਾਰਡ ਦੋਵੇਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉੱਥੇ ਦੱਖਣ ਵੱਲ ਜਾਣ ਵਾਲਾ ਡੌਨ ਵੈਲੀ ਪਾਰਕਵੇ ਵੀ ਬੇਵਿਊ ਐਵੇਨਿਊ ਵਿਖੇ ਬਲੌਕ ਕੀਤਾ ਗਿਆ ਹੈ। ਐਨਵਾਇਰਨਮੈਂਟ ਕੈਨੇਡਾ ਦੇ ਅੰਕੜਿਆਂ ਮੁਤਾਬਕ ਬੀਤੇ ਦਿਨ 4 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਟੋਰਾਂਟੋ 'ਚ ਸਵੇਰੇ 9:45 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ 96 ਮਿਲੀਮੀਟਰ ਮੀਂਹ ਪਿਆ। ਕੁੱਲ ਮਿਲਾ ਕੇ ਬਾਅਦ ਦੇ 2 ਘੰਟਿਆਂ ਦੇ ਵਿਚਕਾਰ 63 ਮਿਲੀਮੀਟਰ ਮੀਂਹ ਪਿਆ। ਟੋਰਾਂਟੋ ਦੇ ਸਿਟੀ ਸੈਂਟਰ ਵਿੱਚ ਰਾਸ਼ਟਰੀ ਮੌਸਮ ਏਜੰਸੀ ਨੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਦਰਮਿਆਨ 87 ਮਿਲੀਮੀਟਰ ਮੀਂਹ ਪੈਣ ਦੀ ਰਿਪੋਰਟ ਦਿੱਤੀ। ਰਾਤ 11 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਸਿਰਫ 1 ਘੰਟੇ ਦੇ ਅੰਦਰ ਲਗਭਗ 44 ਮਿਲੀਮੀਟਰ ਮੀਂਹ ਪਿਆ। ਉੱਥੇ ਇੱਕ ਪੀਲ ਪੈਰਾਮੈਡਿਕ ਨੇ ਇੱਕ ਸਟਾਰਮ ਡਰੇਨ ਦੀ ਵੀਡੀਓ ਪੋਸਟ ਕੀਤੀ, ਜਿਸ ਵਿੱਚ ਦਿਖਾਇਆ ਗਿਆ ਕਿ ਯੂਨੀਵਰਸਿਟੀ ਆਫ ਟੋਰਾਂਟੋਸ ਮਿਸੀਸਾਗਾ ਕੈਂਪਸ ਦੇ ਨੇੜੇ ਮਿਸੀਸਾਗਾ ਰੋਡ ਅਤੇ ਡੰਡਸ ਸਟਰੀਟ ਤੇ ਅਵਿਸ਼ਵਾਸਯੋਗ ਮਾਤਰਾ ਵਿੱਚ ਪਾਣੀ ਮੌਜੂਦ ਸੀ। ਕਈ ਥਾਵਾਂ ਤੇ ਸੜਕਾਂ ਤੇ ਗੱਡੀਆਂ ਨੂੰ ਡੁੱਬਦੇ ਹੋਏ ਦੇਖਿਆ ਗਿਆ ਤੇ ਯੂਨੀਅਨ ਸਟੇਸ਼ਨਸ ਦੇ ਅੰਦਰ ਵੀ ਕਾਫੀ ਜ਼ਿਆਦਾ ਪਾਣੀ ਨਜ਼ਰ ਆਇਆ। ਇਸ ਦਰਮਿਆਨ ਹੜ੍ਹਾਂ ਦੀ ਮਾਰ ਦੇ ਚੱਲਦੇ ਕਈ ਲੱਖ ਲੋਕ ਬਿਨਾਂ ਬਿਜਲੀ ਤੋਂ ਰਹਿਣ ਲਈ ਮਜਬੂਰ ਹੋ ਗਏ ਅਤੇ ਉੱਥੇ ਹੀ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਕੈਨੇਡਾ ਨੇ ਨਿਊਯਾਰਕ ਵਿੱਚ ਆਪਣੇ ਕੌਂਸਲ ਜਨਰਲ ਲਈ ਅਧਿਕਾਰਤ ਰਿਹਾਇਸ਼ ਵਜੋਂ ਵਰਤੇ ਜਾਣ ਲਈ ਮੈਨਹੈਟਨ ਵਿੱਚ ਇੱਕ ਲਗਜ਼ਰੀ ਕੋਂਡੋ ਲਈ $9 ਮਿਲੀਅਨ ਖਰਚ ਕੀਤੇ ਹਨ। ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ 1961 ਵਿੱਚ ਖਰੀਦੀ ਗਈ ਇੱਕ ਪਿਛਲੀ ਨਿਊਯਾਰਕ ਸਿਟੀ ਰਿਹਾਇਸ਼ ਕੋਡ ਅਨੁਸਾਰ ਨਹੀਂ ਹੈ ਅਤੇ ਵਿਭਾਗ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਹੈ। ਪਰ ਨਾਲ ਹੀ ਗਲੋਬਲ ਅਫੇਅਰਸ ਕੈਨੇਡਾ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਸ ਨਾਲ ਕੀ ਕੀਤਾ ਜਾ ਰਿਹਾ ਹੈ। ਨਵੇਂ ਕੋਂਡੋ ਲਈ ਡੇਟ ਦਿਖਾਉਂਦੀ ਹੈ ਕਿ ਇਹ US $6.6 ਮਿਲੀਅਨ ਤੋਂ ਵੱਧ ਲਈ ਸੂਚੀਬੱਧ ਸੀ ਅਤੇ ਪਿਛਲੇ ਮਹੀਨੇ ਹਿਸ ਮੈਜੈਸਟੀ ਦਾ ਕਿੰਗ ਇਨ ਦਾ ਰਾਈਟ ਆਫ ਕੈਨੇਡਾ ਨੂੰ ਵੇਚਿਆ ਗਿਆ ਸੀ। ਖਰੀਦਦਾਰ ਦੇ ਸਿਰਲੇਖ ਨੇ ਨਿਊਯਾਰਕ ਰੀਅਲ ਸਟੇਟ ਸਰਕਲਸ ਵਿੱਚ ਇਸ ਬਾਰੇ ਇੱਕ ਜੀਵੰਤ ਚਰਚਾ ਛੇੜ ਦਿੱਤੀ ਕਿ ਕੀ ਕਿੰਗਸ ਚਾਰਲਸ ਨੇ ਖੁਦ ਲਗਜ਼ਰੀ ਘਰ ਖਰੀਦਿਆ ਸੀ। ਸਟਾਈਨਵੇ ਟਾਵਰ ਵਿੱਚ ਯੂਨਿਟ ਲਈ ਇੱਕ ਸੂਚੀ ਸੈਂਟਰਲ ਪਾਰਕ ਦੇ ਦੱਖਣੀ ਕਿਨਾਰੇ ਦੇ ਨੇੜੇ ਇੱਕ ਇਮਾਰਤ ਜੋ ਦੁਨੀਆ ਦੀ ਸਭ ਤੋਂ ਪਤਲੀ ਸਕਾਈ ਸਕ੍ਰੈਪਰ ਵਜੋਂ ਜਾਣੀ ਜਾਂਦੀ ਹੈ। ਇਸ ਵਿੱਚ 3 ਬੈਡਰੂਮ ਅਤੇ 4.5 ਬਾਥਰੂਮ ਹਨ। ਇਸ ਵਿੱਚ ਇੱਕ ਵੈਟ ਬਾਰ, ਇੱਕ ਪਾਊਡਰ ਰੂਮ ਜੋ ਗਹਿਣੇ ਓਨਿਕਸ ਵਿੱਚ ਮੁਕੰਮਲ ਹੁੰਦਾ ਹੈ ਅਤੇ ਜਿਵੇਂ ਕਿ ਕੈਨੇਡੀਅਨ ਅਧਿਕਾਰੀ ਆਉਣ ਵਾਲੀਆਂ US ਚੋਣਾਂ ਤੋਂ ਪਹਿਲਾਂ ਆਪਣੀਆਂ ਬੇਨਤੀਆਂ ਨੂੰ ਵਧਾ ਰਹੇ ਹਨ, ਇੱਥੇ ਮਨੋਰੰਜਨ ਲਈ ਵੀ ਕਾਫੀ ਥਾਂ ਮੌਜੂਦ ਹੈ। ਥਾਈਲੈਂਡ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਬੈਂਕਾਕ ਦੇ ਡਾਊਨਟਾਊਨ ਵਿੱਚ ਇੱਕ ਲਗਜ਼ਰੀ ਹੋਟਲ ਵਿੱਚ 6 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਉਹਨਾਂ ਨੂੰ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਲਾਸ਼ਾਂ ਦੇ ਮੂੰਹ ਤੇ ਝੱਗ ਨਿਕਲ ਰਹੀ ਸੀ। ਲੰਪੀਨੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਹਨਾਂ ਨੂੰ ਜਾਣਕਾਰੀ ਜਾਰੀ ਕਰਨ ਦਾ ਅਧਿਕਾਰ ਨਹੀਂ ਸੀ। ਬੈਂਕਾਕ ਪੁਲਿਸ ਮੁਖੀ ਲੈਫਟੀਨੈਂਟ ਜਨਰਲ ਥੀਟੀ ਸੰਗਸਵਿੰਗ ਨੇ ਮ੍ਰਿਤਕਾਂ ਦੀ ਪਛਾਣ 2 ਵੀਅਤਨਾਮੀ ਅਮਰੀਕੀ ਅਤੇ 4 ਵੀਅਤਨਾਮੀ ਨਾਗਰਿਕਾਂ ਵਜੋਂ ਕੀਤੀ ਹੈ ਤੇ ਕਿਹਾ ਕਿ ਮਰਨ ਵਾਲਿਆਂ ਵਿੱਚ 3 ਮਰਦ ਅਤੇ 3 ਔਰਤਾਂ ਸ਼ਾਮਲ ਸਨ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੇ ਸਰੀਰ ਤੇ ਸੰਘਰਸ਼ ਦੇ ਕੋਈ ਨਿਸ਼ਾਨ ਨਜ਼ਰ ਨਹੀਂ ਆਏ। ਉਹਨਾਂ ਨੇ ਕਿਹਾ ਕਿ ਮ੍ਰਿਤਕਾਂ ਨੇ ਮੰਗਲਵਾਰ ਨੂੰ ਜਿਸ ਹੋਟਲ ਵਿੱਚ ਉਹ ਰੁਕੇ ਹੋਏ ਸੀ ਉੱਥੋਂ ਚੈੱਕ ਆਊਟ ਕਰਨਾ ਸੀ ਅਤੇ ਉਹਨਾਂ ਦਾ ਸਮਾਨ ਵੀ ਸਾਰਾ ਪਹਿਲਾਂ ਹੀ ਪੈਕ ਕੀਤਾ ਹੋਇਆ ਸੀ। ਪਰ ਜਦੋਂ ਉਹ ਆਪਣੇ ਕਮਰੇ ਚੋਂ ਬਾਹਰ ਨਹੀਂ ਆਏ ਤਾਂ ਰੂਮ ਸਰਵਿਸ ਦੀ ਇੱਕ ਔਰਤ ਨੇ ਉਹਨਾਂ ਦੇ ਰੂਮ ਦਾ ਦਰਵਾਜ਼ਾ ਖੋਲ੍ਹਿਆ ਜੋ ਕਿ ਅੰਦਰੋਂ ਬੰਦ ਸੀ ਅਤੇ ਅੰਦਰ 6 ਜਣਿਆਂ ਦੀਆਂ ਲਾਸ਼ਾਂ ਮਿਲੀਆਂ। ਥੀਟੀ ਨੇ ਕਿਹਾ ਕਿ ਰੂਮ ਵਿੱਚ ਇੱਕ ਭੋਜਨ ਵੀ ਮੌਜੂਦ ਸੀ ਜਿਸ ਨੂੰ ਰੂਮ ਸਰਵਿਸ ਵੱਲੋਂ ਹੀ ਆਰਡਰ ਕੀਤਾ ਗਿਆ ਸੀ, ਪਰ ਉਸ ਵਿੱਚੋਂ ਕੁਝ ਵੀ ਖਾਧਾ ਨਹੀਂ ਗਿਆ, ਪਰ ਪੀਣ ਵਾਲੇ ਪਾਣੀ ਦਾ ਸੇਵਨ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਪੀੜਤਾਂ ਨੇ ਕਈ ਕਮਰੇ ਬੁੱਕ ਕਰਵਾਏ ਹੋਏ ਸੀ ਅਤੇ ਕੁਝ ਉਸ ਕਮਰੇ ਤੋਂ ਵੱਖਰੀ ਮੰਜ਼ਿਲ ਤੇ ਰਹਿ ਰਹੇ ਸੀ ਜਿੱਥੇ ਉਹ ਮ੍ਰਿਤਕ ਪਾਏ ਗਏ। ਦੇਰ ਸ਼ਾਮ ਹੋਟਲ ਸਟਾਫ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ। ਵਿੰਡਸਰ ਪੁਲਿਸ ਨੇ 3 ਲੋਕਾਂ ਨੂੰ ਅਗਵਾ ਕਰਨ ਅਤੇ ਤਸੀਹੇ ਦੇਣ ਦੇ ਮਾਮਲੇ ਵਿੱਚ 12 ਸ਼ੱਕੀਆਂ ਤੇ ਦੋਸ਼ ਲਗਾਏ ਹਨ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਪੀੜਤ ਹੋ ਸਕਦੇ ਹਨ। ਦੱਸਦੇ ਕਿ ਜੂਨ 2024 ਵਿੱਚ ਮੇਜਰ ਕ੍ਰਾਈਮ ਯੂਨਿਟ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਲੈ ਕੇ ਅਫਸਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਰੋਸੇਯੋਗ ਸਬੂਤ ਮਿਲੇ ਹਨ ਕਿ 3 ਲੋਕਾਂ ਨੂੰ ਉਹਨਾਂ ਦੀ ਇੱਛਾ ਦੇ ਵਿਰੁੱਧ ਰੱਖਿਆ ਗਿਆ ਸੀ ਅਤੇ 2 ਵੱਖ-ਵੱਖ ਘਟਨਾਵਾਂ ਵਿੱਚ ਤਸੀਹੇ ਦਿੱਤੇ ਗਏ ਸੀ। ਪਹਿਲੀ ਘਟਨਾ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ 26 ਮਈ ਨੂੰ ਗਲੈਨਗੈਰੀ ਐਵੇਨਿਊ ਦੇ 300 ਬਲਾਕ ਵਿੱਚ ਇੱਕ ਅਪਾਰਟਮੈਂਟ ਦੇ ਅੰਦਰ ਬੰਦਕ ਬਣਾਇਆ ਗਿਆ ਸੀ। ਜਾਂਚ
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਵੀਡੀਓ ਸਬੂਤ ਪ੍ਰਾਪਤ ਕੀਤੇ ਹਨ ਜੋ ਦਿਖਾਉਂਦੇ ਹਨ ਕਿ 7 ਸ਼ੱਕੀ ਵਿਅਕਤੀ ਪੀੜਤ ਨੂੰ ਕੁਰਸੀ ਤੇ ਬਿਠਾਉਂਦੇ ਹਨ ਅਤੇ ਉਸ ਤੇ ਆਪਣੀਆਂ ਮੁੱਕੇ ਅਤੇ ਕਈ ਹਥਿਆਰਾਂ ਨਾਲ ਹਮਲਾ ਕਰਦੇ ਹਨ, ਜਿਸ ਵਿੱਚ ਇੱਕ ਟੇਜ਼ਰ ਅਤੇ ਇੱਕ ਉਦਯੋਗਿਕ ਟਾਰਚ ਵੀ ਸ਼ਾਮਲ ਹੈ। ਇਸ ਤੋਂ 3 ਦਿਨਾਂ ਬਾਅਦ ਇੱਕ ਆਦਮੀ ਅਤੇ ਔਰਤ ਨੂੰ ਵਾਇੰਡਾ ਸਟਰੀਟ ਈਸਟ ਦੇ 1200 ਬਲਾਕ ਤੋਂ ਅਗਵਾ ਕਰ ਲਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਨੂੰ 2 ਵਿਅਕਤੀਆਂ ਦੁਆਰਾ ਜ਼ਬਰਦਸਤੀ ਇੱਕ ਵਾਹਨ ਵਿੱਚ ਬਿਠਾਇਆ ਗਿਆ ਅਤੇ ਡਫਰਿਨ ਪਲੇਸ ਦੇ 1400 ਬਲਾਕ ਵਿੱਚ ਇੱਕ ਘਰ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਨਾਲ 5 ਹੋਰ ਸ਼ੱਕੀ ਸ਼ਾਮਲ ਹੋਏ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਵੀ ਵੀਡੀਓ ਸਬੂਤ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿੱਚ ਸ਼ੱਕੀ ਵਿਅਕਤੀਆਂ ਨੂੰ ਦਿਖਾਇਆ ਗਿਆ ਹੈ, ਜਿਸ ਵਿੱਚ 2 ਆਦਮੀ ਸ਼ਾਮਲ ਹਨ ਜੋ ਪਹਿਲੀ ਘਟਨਾ ਵਿੱਚ ਵੀ ਸ਼ਾਮਲ ਸੀ, ਜੋ ਅਗਵਾ ਕਰਨ ਤੋਂ ਬਾਅਦ ਪੀੜਤਾਂ ਨੂੰ ਬੰਨ੍ਹਦੇ ਹਨ ਅਤੇ ਉਹਨਾਂ ਤੇ ਮੁੱਕੇ ਅਤੇ ਕਈ ਹਥਿਆਰਾਂ ਨਾਲ ਹਮਲਾ ਕਰਦੇ ਹਨ, ਇੱਕ ਹਥਿਆਰ ਅਤੇ ਪਾਵਰ ਟੂਲ ਸਮੇਤ। ਦੋਵਾਂ ਘਟਨਾਵਾਂ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਕਈ ਘੰਟਿਆਂ ਬਾਅਦ ਸ਼ੱਕੀ ਵਿਅਕਤੀਆਂ ਦੁਆਰਾ ਰਿਹਾ ਕੀਤੇ ਜਾਣ ਤੋਂ ਪਹਿਲਾਂ ਮਹੱਤਵਪੂਰਨ ਸਰੀਰਕ ਸੱਟ ਅਤੇ ਭਾਵਨਾਤਮਕ ਸਦਮੇ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਹਫ਼ਤੇ ਦੌਰਾਨ ਜਾਂਚਕਰਤਾਵਾਂ ਨੇ ਕੁੱਲ 12 ਸ਼ੱਕੀਆਂ ਤੇ ਦੋਸ਼ ਲਗਾਏ, ਜਿਨ੍ਹਾਂ ਵਿੱਚ 3 ਲੋਕ ਪਹਿਲਾਂ ਹੀ ਹੋਰ ਅਪਰਾਧਾਂ ਲਈ ਹਿਰਾਸਤ ਵਿੱਚ ਹਨ। ਜਾਂਚਕਰਤਾਵਾਂ ਕੋਲ ਇਹ ਵਿਸ਼ਵਾਸ ਕਰਨ ਲਈ ਸੁਚੱਜੀ ਜਾਣਕਾਰੀ ਹੈ ਕਿ ਹੋਰ ਪੀੜਤ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ ਤੇ ਉਸੇ ਤਰ੍ਹਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਮੇਜਰ ਕ੍ਰਾਈਮ ਯੂਨਿਟ ਨਾਲ 5192556700 ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਉਹ 5192588477 ਤੇ ਜਾਂ ਆਨਲਾਈਨ www.catchcrooks.com ਤੇ ਵਿੰਸਟਰ ਅਤੇ ਐਸੈਕਸ ਕਾਉਂਟੀ ਕ੍ਰਾਈਮ ਸਟਾਪਰਸ ਨਾਲ ਅਗਿਆਤ ਤੌਰ ਤੇ ਵੀ ਸੰਪਰਕ ਕਰ ਸਕਦੇ ਹਨ। ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਜੂਨ ਵਿੱਚ ਘਟ ਕੇ 2.7% ਰਹਿ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਮੁੱਖ ਤੌਰ ਤੇ ਗੈਸੋਲੀਨ ਦੀਆਂ ਕੀਮਤਾਂ ਵਿੱਚ ਸਾਲ ਦਰ ਸਾਲ ਦੇ ਵਾਧੇ ਨੂੰ ਗਿਰਾਵਟ ਦਾ ਕਾਰਨ ਦੱਸਿਆ। ਏਜੰਸੀ ਨੇ ਰਿਪੋਰਟ ਦਿੱਤੀ ਕਿ ਮਈ ਵਿੱਚ 5.6% ਛਾਲ ਤੋਂ ਬਾਅਦ ਜੂਨ ਵਿੱਚ ਗੈਸੋਲੀਨ ਦੀਆਂ ਕੀਮਤਾਂ ਵਿੱਚ 0.4% ਦਾ ਵਾਧਾ ਹੋਇਆ ਹੈ। ਗੈਸੋਲੀਨ ਨੂੰ ਛੱਡ ਕੇ ਜੂਨ 'ਚ ਖਪਤਕਾਰ ਕੀਮਤ ਸੂਚਕਾਂਕ 2.8% ਵਧਿਆ, ਜਿੱਥੇ ਮਈ 'ਚ ਸਾਲਾਨਾ ਮਹਿੰਗਾਈ ਦਰ 2.9% ਸੀ। ਸਟੈਟਕੈਨ ਨੇ ਕਿਹਾ ਕਿ ਟਿਕਾਊ ਵਸਤੂਆਂ ਦੀਆਂ ਘੱਟ ਕੀਮਤਾਂ ਨੇ ਵੀ ਜੂਨ ਵਿੱਚ ਸਮੁੱਚੀ ਮੰਦੀ ਵਿੱਚ ਯੋਗਦਾਨ ਪਾਇਆ, ਜਿਸ ਕਰਕੇ ਮਈ ਵਿੱਚ 0.8% ਦੀ ਗਿਰਾਵਟ ਤੋਂ ਬਾਅਦ ਮਹੀਨੇ ਵਿੱਚ ਸਾਲ ਦਰ ਸਾਲ 1.8% ਦੀ ਗਿਰਾਵਟ ਆਈ। CIBC ਦੇ ਸੀਨੀਅਰ ਅਰਥਸ਼ਾਸਤਰੀ ਕੈਥਰੀਨ ਜੱਜ ਨੇ ਕਿਹਾ ਕਿ ਜੂਨ ਦੇ ਮਹਿੰਗਾਈ ਅੰਕੜਿਆਂ ਨੇ ਬੈਂਕ ਆਫ ਕੈਨੇਡਾ ਨੂੰ ਅਗਲੇ ਹਫ਼ਤੇ ਦੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰਨ ਲਈ ਲੋੜੀਂਦੀ ਚੀਜ਼ ਦਿੱਤੀ ਹੈ। ਕੈਥਰੀਨ ਜੱਜ ਨੇ ਇੱਕ ਨੋਟ ਵਿੱਚ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਮਹਿੰਗਾਈ ਵਿੱਚ ਪਿਛਲੇ ਮਹੀਨੇ ਦੇ ਉਲਟ ਹੈਰਾਨੀ ਡਿਸਇਨਫਲੇਸ਼ਨ ਦੇ ਇੱਕ ਵਿਆਪਕ ਰੁਝਾਨ ਵਿੱਚ ਸਿਰਫ ਇੱਕ ਝਟਕਾ ਸੀ, ਕਿਉਂਕਿ ਆਰਥਿਕਤਾ ਵਿੱਚ ਮੰਗ ਦਬਾਅ ਵਿੱਚ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਕਰਿਆਨੇ ਦੀਆਂ ਕੀਮਤਾਂ ਜੂਨ ਵਿੱਚ ਸਾਲ ਦਰ ਸਾਲ 2.1% ਵਧੀਆਂ, ਮਈ ਤੋਂ ਵੱਧ ਜਦੋਂ ਉਹ 1 ਸਾਲ ਪਹਿਲਾਂ ਉਸੇ ਮਹੀਨੇ ਨਾਲੋਂ 1.5% ਵਧੀਆਂ ਸਨ। ਇਹ ਲਗਾਤਾਰ ਦੂਜਾ ਮਹੀਨਾ ਹੈ ਕਿ ਕਰਿਆਨੇ ਦੀਆਂ ਕੀਮਤਾਂ ਵਿੱਚ ਵਾਧੇ ਦੀ ਰਫ਼ਤਾਰ ਤੇਜ਼ ਹੋਈ ਹੈ। ਕਾਬਲੇ ਗੌਰ ਹੈ ਕਿ ਬੈਂਕ ਆਫ ਕੈਨੇਡਾ ਦੇ ਅਗਲੇ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਜੂਨ ਦੀ ਮਹਿੰਗਾਈ ਰੀਡਿੰਗ ਆਖਰੀ ਹੈ, ਜੋ 24 ਜੁਲਾਈ ਨੂੰ ਤੈਅ ਕੀਤੀ ਗਈ ਹੈ। ਕੇਂਦਰੀ ਬੈਂਕ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਬੈਂਚਮਾਰਕ ਵਿਆਜ ਦਰ ਨੂੰ 1/4% ਘਟਾ ਕੇ 4.75% ਕਰ ਦਿੱਤਾ ਹੈ। ਕੈਲਗਰੀ ਪੁਲਿਸ ਪਿਛਲੇ ਮਹੀਨੇ ਹੋਏ ਇੱਕ ਹਿੰਸਕ ਹਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਪੀੜਤ ਤੇ ਮੈਕਲੋਡ ਟ੍ਰੇਲ ਸਾਊਥ ਈਸਟ ਦੇ ਮੱਧ ਵਿੱਚ ਜ਼ੰਜੀਰਾਂ ਅਤੇ ਬੈਟਸ ਦੇ ਨਾਲ ਹਮਲਾ ਕੀਤਾ ਗਿਆ। ਦੱਸਦੇ ਕਿ ਇੱਕ ਸੁਰੱਖਿਆ ਗਾਰਡ ਨੇ 2 ਜੂਨ ਨੂੰ ਘਟਨਾ ਨੂੰ ਦੇਖਣ ਤੋਂ ਬਾਅਦ ਪੁਲਿਸ ਨਾਲ ਸੰਪਰਕ ਕੀਤਾ, ਜੋ ਕਿ 6ਵੇਂ ਐਵੇਨਿਊ ਅਤੇ 7th ਐਵੇਨਿਊ ਸਾਊਥ ਈਸਟ ਵਿੱਚ ਤੜਕੇ 1:45 ਵਜੇ ਵਾਪਰੀ। ਸੁਰੱਖਿਆ ਗਾਰਡ ਨੇ ਦੱਸਿਆ ਕਿ ਪੀੜਤ ਇੱਕ ਆਦਮੀ ਸੀ, ਜਿਸ ਨੂੰ ਲੋਕਾਂ ਦੇ ਇੱਕ ਸਮੂਹ ਦੁਆਰਾ ਘੇਰ ਲਿਆ ਗਿਆ ਅਤੇ ਉਸ ਤੇ ਹਮਲਾ ਕੀਤਾ ਗਿਆ। ਹਮਲਾਵਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ, ਪਰ ਇਲਾਕੇ ਵਿੱਚ ਇੱਕ ਸ਼ੱਕੀ ਵਿਅਕਤੀ ਮਿਲਿਆ ਅਤੇ ਪੀੜਤ ਸਿਟੀ ਹਾਲ LRT ਪਲੇਟਫਾਰਮ ਵੱਲ ਚਲਾ ਗਿਆ। ਪੁਲਿਸ ਨੇ ਹਾਲ ਹੀ 'ਚ ਘਟਨਾ ਬਾਰੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੀੜਤ ਅਜੇ ਤੱਕ ਅਪਰਾਧ ਦੀ ਰਿਪੋਰਟ ਕਰਨ ਲਈ ਅੱਗੇ ਨਹੀਂ ਆਇਆ ਹੈ। ਜਾਂਚਕਰਤਾਵਾਂ ਨੇ ਪੀੜਤ ਦੀ ਪਛਾਣ ਕਰਨ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਦੀ ਉਮੀਦ ਵਿੱਚ CCTV ਫੁਟੇਜ ਦੇ ਘੰਟਿਆਂ ਦੀ ਸਮੀਖਿਆ ਕੀਤੀ ਹੈ ਅਤੇ ਹੁਣ ਅਫਸਰਾਂ ਨੇ ਜਾਣਕਾਰੀ ਪੈਦਾ ਕਰਨ ਦੀ ਉਮੀਦ ਵਿੱਚ ਹਮਲੇ 'ਚ ਸ਼ਾਮਲ ਕੁਝ ਲੋਕਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇ ਨਾਲ 4032661234 ਤੇ ਪੁਲਿਸ ਨੂੰ ਕਾਲ ਕਰਨ ਲਈ ਕਿਹਾ ਗਿਆ ਹੈ, ਜਾਂ ਕ੍ਰਾਈਮ ਸਟਾਪਰਸ ਦੇ ਗੁਮਨਾਮ ਰੂਪ ਵਿੱਚ ਸੁਝਾਅ ਵੀ ਜਮ੍ਹਾਂ ਕੀਤੇ ਜਾ ਸਕਦੇ ਹਨ। ਵੈਸਟ ਵੈਨਕੂਵਰ ਵਿੱਚ ਇੱਕ ਰੀਅਲ ਸਟੇਟ ਬ੍ਰੋਕਰ ਨੂੰ ਫੈਡਰਲ ਮਨੀ ਲਾਂਡਰਿੰਗ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਕਰਕੇ $83,000 ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਕੈਨੇਡਾ ਦੇ ਵਿੱਤੀ ਲੈਣ ਦੇਣ ਅਤੇ ਰਿਪੋਰਟਾਂ ਦੇ ਵਿਸ਼ਲੇਸ਼ਣ ਕੇਂਦਰ ਫਿਨਟ੍ਰੈਕ ਨੇ ਮਾਸਟਰਸ ਰਿਐਲਿਟੀ 2000 ਲਿਮਟਿਡ ਦੇ ਖਿਲਾਫ ਪ੍ਰਸ਼ਾਸਕੀ ਮੁਦਰਾ ਜੁਰਮਾਨਾ ਲਗਾਇਆ, ਜੋ ਕਿ ਰੀਮੈਕਸ ਮਾਸਟਰਸ ਰਿਐਲਿਟੀ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਨੇ ਬੀਤੇ ਦਿਨ ਆਪਣੀ ਵੈਬਸਾਈਟ ਤੇ ਮਾਮਲੇ ਦੇ ਵੇਰਵੇ ਪ੍ਰਕਾਸ਼ਿਤ ਕੀਤੇ। ਫਿਨਟ੍ਰੈਕ ਦੇ ਇੱਕ ਬਿਆਨ ਦੇ ਅਨੁਸਾਰ ਜੁਰਮਾਨਾ ਅਪਰਾਧ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਐਕਟ ਅਤੇ ਇਸ ਨਾਲ ਜੁੜੇ ਨਿਯਮਾਂ ਦੀਆਂ 5 ਉਲੰਘਣਾਵਾਂ ਤੋਂ ਪੈਦਾ ਹੋਇਆ ਹੈ, ਜੋ 2021 ਵਿੱਚ ਮਾਸਟਰਸ ਰਿਐਲਿਟੀ ਦੀ ਪਾਲਣਾ ਪ੍ਰੀਖਿਆ ਦੌਰਾਨ ਲੱਭੇ ਗਏ ਸਨ। ਉਹਨਾਂ 5 ਉਲੰਘਣਾਵਾਂ ਵਿੱਚ ਇਸ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਉਚਿਤ ਰੂਪ ਵਿੱਚ ਲਾਗੂ ਕਰਨ ਵਿੱਚ ਸਫਲ ਹੋਣਾ, ਮਨੀ ਲਾਂਡਰਿੰਗ ਜਾਂ ਅੱਤਵਾਦੀ ਗਤੀਵਿਧੀ ਦੇ ਵਿੱਤੀ ਜੋਖਮਾਂ ਦਾ ਮੁਲਾਂਕਣ ਅਤੇ ਦਸਤਾਵੇਜ਼ ਬਣਾਉਣ ਵਿੱਚ ਸਫਲ ਹੋਣਾ, ਆਪਣੀਆਂ ਨੀਤੀਆਂ ਦੇ ਨਿਰਧਾਰਤ ਸਮੀਖਿਆ ਨੂੰ ਪੂਰਾ ਕਰਨ ਵਿੱਚ ਸਫਲ ਹੋਣਾ ਅਤੇ ਆਪਣੇ ਗਾਹਕਾਂ ਬਾਰੇ ਨਿਰਧਾਰਤ ਜਾਣਕਾਰੀ ਪਛਾਣ ਸਮੇਤ ਰੱਖਣ ਵਿੱਚ ਸਫਲ ਹੋਣਾ ਸ਼ਾਮਲ ਹੈ।
लगाया गया कुल जुर्माना $83,655 ਸੀ ਅਤੇ ਫਿਨਟ੍ਰੈਕ ਦਾ ਕਹਿਣਾ ਹੈ ਕਿ ਕੰਪਨੀ ਨੇ ਇਸ ਦਾ ਪੂਰਾ ਭੁਗਤਾਨ ਕਰ ਦਿੱਤਾ ਹੈ। ਕੇਸ ਬਾਰੇ ਫੈਡਰਲ ਏਜੰਸੀ ਦੀ ਜਨਤਕ ਸੂਚਨਾ ਨੇ ਵਿਸ਼ੇਸ਼ ਤੌਰ ਤੇ ਨੋਟ ਕੀਤਾ ਹੈ ਕਿ ਮਾਸਟਰਸ ਰਿਐਲਿਟੀ ਕੋਲ ਨਿਯਮਾਂ ਦੀ ਪਾਲਣਾ ਕਰਨ ਲਈ ਨੀਤੀਆਂ ਸਨ, ਪਰ ਅਭਿਆਸ ਵਿੱਚ ਕੁਝ ਲੋੜਾਂ ਨੂੰ ਲਗਾਤਾਰ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਕੰਪਨੀ ਫੰਡ ਪ੍ਰਦਾਨ ਕਰਨ ਵਾਲੇ 2 ਲੋਕਾਂ ਦੀ ਪਛਾਣ ਜਾਣਕਾਰੀ ਰਿਕਾਰਡ ਕਰਨ ਵਿੱਚ ਅਸਫਲ ਰਹੀ। ਇੱਥੇ 2 ਉਦਾਹਰਨਾਂ ਵੀ ਸਨ ਜਿਨ੍ਹਾਂ ਵਿੱਚ ਕੰਪਨੀ ਨੇ ਇੱਕ ਗਾਹਕ ਦੇ ਪ੍ਰਮੁੱਖ ਕਾਰੋਬਾਰ ਦੀ ਪ੍ਰਕਿਰਤੀ ਨੂੰ ਰਿਕਾਰਡ ਨਹੀਂ ਕੀਤਾ ਸੀ ਅਤੇ ਇੱਕ ਹੋਰ ਜਿਸ ਵਿੱਚ ਇੱਕ ਗਾਹਕ ਦੇ ਕਿੱਤੇ ਦੀ ਜਾਣਕਾਰੀ ਬਾਰੇ ਅਸਪਸ਼ਟ ਅਤੇ ਨਾਕਾਫੀ ਵੇਰਵੇ ਮੌਜੂਦ ਸੀ। ਏਜੰਸੀ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਫਿਨਟ੍ਰੈਕ ਦੇ ਪ੍ਰਬੰਧਕੀ ਮੁਦਰਾ ਜੁਰਮਾਨੇ ਗੈਰ ਦੰਡਕਾਰੀ ਹੋਣ ਲਈ ਹੁੰਦੇ ਹਨ ਅਤੇ ਕਾਰੋਬਾਰਾਂ ਦੇ ਗੈਰ ਅਨੁਕੂਲ ਵਿਵਹਾਰ ਵਿੱਚ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਜਾਰੀ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਫਿਨਟ੍ਰੈਕ ਦਾ ਕਹਿਣਾ ਹੈ ਕਿ ਉਸਨੇ ਕੁੱਲ $26 ਮਿਲੀਅਨ ਤੋਂ ਵੱਧ ਜੁਰਮਾਨੇ ਦੇ 12 ਉਲੰਘਣਾ ਨੋਟਿਸ ਜਾਰੀ ਕੀਤੇ ਹਨ। ਏਜੰਸੀ ਨੇ 2008 ਵਿੱਚ ਅਜਿਹਾ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਤੋਂ ਬਾਅਦ ਜ਼ਿਆਦਾਤਰ ਕਾਰੋਬਾਰੀ ਖੇਤਰਾਂ ਵਿੱਚ 140 ਤੋਂ ਵੱਧ ਕੰਪਨੀਆਂ ਤੇ ਪ੍ਰਸ਼ਾਸਨਿਕ ਜੁਰਮਾਨਾ ਲਗਾਇਆ ਹੈ। ਯੂਐਸ ਸੈਨੇਟਰ ਬੌਬ ਮੈਨੈਂਡੇਜ਼ ਨੂੰ ਉਸੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਵਿੱਚ ਸਾਰੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਜਿਸ ਵਿੱਚ ਨਿਊ ਜਰਸੀ ਦੇ 3 ਕਾਰੋਬਾਰੀਆਂ ਤੋਂ ਸੋਨੇ ਅਤੇ ਨਕਦੀ ਦੀ ਰਿਸ਼ਵਤ ਲੈਣ ਅਤੇ ਇਜਿਪਟ ਦੀ ਸਰਕਾਰ ਲਈ ਇੱਕ ਵਿਦੇਸ਼ੀ ਏਜੰਟ ਵਜੋਂ ਕੰਮ ਕਰਨਾ ਸ਼ਾਮਲ ਹੈ। ਵਕੀਲਾਂ ਨੇ ਕਿਹਾ ਕਿ ਡੈਮੋਕ੍ਰੇਟ ਨੇ ਸਹਿਯੋਗੀਆਂ ਨੂੰ ਅਪਰਾਧਿਕ ਜਾਂਚਾਂ ਤੋਂ ਬਚਾਉਣ ਅਤੇ ਆਪਣੀ ਪਤਨੀ ਸਮੇਤ ਸਹਿਯੋਗੀਆਂ ਨੂੰ ਅਮੀਰ ਬਣਾਉਣ ਲਈ ਆਪਣੇ ਦਫ਼ਤਰ ਦੀ ਸ਼ਕਤੀ ਦੀ ਦੁਰਵਰਤੋਂ ਕੀਤੀ, ਜਿਸ ਵਿੱਚ ਇਜਿਪਟ ਦੇ ਖੁਫੀਆ ਅਧਿਕਾਰੀਆਂ ਨਾਲ ਮੁਲਾਕਾਤ ਅਤੇ ਉਸ ਦੇਸ਼ ਨੂੰ ਅਮਰੀਕੀ ਫੌਜੀ ਸਹਾਇਤਾ ਵਿੱਚ ਲੱਖਾਂ ਡਾਲਰ ਤੱਕ ਪਹੁੰਚ ਕਰਨ ਵਿੱਚ ਮਦਦ ਸ਼ਾਮਲ ਸੀ। 70 ਸਾਲਾਂ ਦੇ ਮੈਨੈਂਡੇਜ਼ ਨੇ ਫੈਸਲਾ ਸੁਣਾਉਂਦੇ ਸਮੇਂ ਕਈ ਵਾਰ ਜੂਰੀ ਵੱਲ ਵੇਖਿਆ ਤੇ ਫੈਸਲਾ ਪੜ੍ਹਦੇ ਹੀ ਉਸਦੇ ਸਾਹਮਣੇ ਇੱਕ ਦਸਤਾਵੇਜ਼ ਨੂੰ ਨਿਸ਼ਾਨਬੱਧ ਕੀਤਾ ਗਿਆ, ਜਿਸ ਤੋਂ ਬਾਅਦ ਉਹ ਮੇਜ਼ ਤੇ ਨਿਰਾਸ਼ ਹੋ ਕੇ ਬੈਠ ਗਿਆ ਤੇ ਫੈਸਲੇ ਤੋਂ ਬਾਅਦ ਮੈਨੈਂਡੇਜ਼ ਅਤੇ ਉਸਦੇ ਵਕੀਲਾਂ ਨੇ ਕੋਰਟ ਹਾਊਸ ਤੋਂ ਬਾਹਰ ਜਾਣ ਸਮੇਂ ਇਸ ਫੈਸਲੇ ਨੂੰ ਲੈ ਕੇ ਅਪੀਲ ਕਰਨ ਦੀ ਸਹੁੰ ਖਾਧੀ। ਮੈਨੈਂਡੇਜ਼ ਨੇ ਕਿਹਾ ਕਿ ਮੈਂ ਕਦੇ ਵੀ ਆਪਣੀ ਜਨਤਕ ਸਹੁੰ ਦੀ ਉਲੰਘਣਾ ਨਹੀਂ ਕੀਤੀ ਹੈ। ਮੈਂ ਆਪਣੇ ਦੇਸ਼ ਲਈ ਦੇਸ਼ ਭਗਤ ਤੋਂ ਇਲਾਵਾ ਕੁਝ ਵੀ ਨਹੀਂ ਰਿਹਾ। ਮੈਂ ਕਦੇ ਵੀ ਵਿਦੇਸ਼ੀ ਏਜੰਟ ਨਹੀਂ ਰਿਹਾ। ਮੈਨੈਂਡੇਜ਼ ਨੇ 9 ਹਫ਼ਤਿਆਂ ਦੇ ਮੁਕੱਦਮੇ ਵਿੱਚ ਗਵਾਹੀ ਨਹੀਂ ਦਿੱਤੀ, ਪਰ ਜਨਤਕ ਤੌਰ ਤੇ ਜ਼ੋਰ ਦੇ ਕੇ ਕਿਹਾ ਕਿ ਉਹ ਸੈਨੇਟ ਦੀ ਵਿਦੇਸ਼ੀ ਸੰਬੰਧ ਕਮੇਟੀ ਦੇ ਚੇਅਰਮੈਨ ਵਜੋਂ ਸਿਰਫ ਆਪਣਾ ਕੰਮ ਕਰ ਰਿਹਾ ਸੀ। ਉਸਨੇ ਕਿਹਾ ਕਿ FBI ਦੁਆਰਾ ਉਸਦੇ ਨਿਊ ਜਰਸੀ ਦੇ ਘਰ ਤੋਂ ਮਿਲੇ ਸੋਨੇ ਦੀਆਂ ਬਾਰਾਂ ਉਸਦੀ ਪਤਨੀ ਨਦੀਨ ਮੈਨੈਂਡੇਜ਼ ਦੀਆਂ ਸਨ। ਦੱਸਦੇ ਕਿ ਮੈਨੈਂਡੇਜ਼ ਦੀ ਪਤਨੀ ਤੇ ਵੀ ਦੋਸ਼ ਲਗਾਇਆ ਗਿਆ ਸੀ, ਪਰ ਉਸਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਤਾਂ ਜੋ ਉਹ ਬ੍ਰੈਸਟ ਕੈਂਸਰ ਦੀ ਸਰਜਰੀ ਤੋਂ ਠੀਕ ਹੋ ਸਕੇ। ਹਾਲਾਂਕਿ ਮੈਨੈਂਡੇਜ਼ ਦੀ ਪਤਨੀ ਨੇ ਵੀ ਦੋਸ਼ੀ ਨਾ ਹੋਣ ਦੀ ਗੱਲ ਕਬੂਲ ਕੀਤੀ ਹੈ। ਇੱਕ ਛੋਟੀ ਵੈਸਟ ਕੋਸਟ ਕੰਪਨੀ ਪੁਲਾੜ ਯਾਤਰੀਆਂ ਨੂੰ 2026 ਵਿੱਚ ਚੰਦਰਮਾ ਤੇ ਵਾਪਸ ਜਾਣ ਵਿੱਚ ਮਦਦ ਕਰ ਰਹੀ ਹੈ। ALUULA ਕੰਪੋਜ਼ਿਟਸ ਨੇ ਪੁਲਾੜ ਵਿੱਚ ਨਿਵਾਸ ਸਥਾਨਾਂ ਨੂੰ ਬਣਾਉਣ ਲਈ ਆਪਣਾ ਟਿਕਾਊ ਹਲਕਾ ਫੈਬਰਿਕ ਪ੍ਰਦਾਨ ਕਰਨ ਲਈ ਸਾਈਨ ਕੀਤਾ ਹੈ। ਦੱਸਦੇ ਕਿ ਮੈਕਸ ਸਪੇਸ ਇਨਫਲੇਟੇਬਲਸ ਨੂੰ ਬਹੁਤ ਛੋਟੇ ਪੈਕੇजेस ਵਿੱਚ ਲਿਜਾਇਆ ਜਾ ਸਕਦਾ ਹੈ ਅਤੇ ਫਿਰ ਇੱਕ ਬਹੁਤ ਵੱਡਾ ਵਰਕਸਪੇਸ ਬਣਾਉਣ ਲਈ ਫੈਲਾਇਆ ਜਾ ਸਕਦਾ ਹੈ। ALUULA ਪ੍ਰੈਜ਼ੀਡੈਂਟ ਅਤੇ CEO ਨੇ ਸਮਝਾਇਆ ਕਿ ਅਲਟਰਾ ਹਾਈ ਮੋਲੀਕੂਲਰ weight ਪੋਲੀਥੀਨ ਲੈਮੀਨੇਟ ਆਕਰਸ਼ਕ ਹੈ ਕਿਉਂਕਿ ਇਸ ਵਿੱਚ ਸਟੀਲ ਦੀ ਤਾਕਤ ਤੋਂ ਵਜ਼ਨ ਅਨੁਪਾਤ 8 ਗੁਣਾ ਹੈ ਅਤੇ ਬਹੁਤ ਸਖਤ ਹੈ। ਉਹਨਾਂ ਨੇ ਕਿਹਾ ਕਿ ਸਮੱਗਰੀ ਦੇ ਵਿਅੰਜਨ ਨੂੰ ਅਨੁਕੂਲਿਤ ਕੀਤਾ ਜਾ ਸਕਦਾ ਹੈ ਅਤੇ ਕੰਪਨੀ ਦੀ ਮਿਸ਼ੇਲਿਨ ਨਾਲ ਖੋਜ ਅਤੇ ਵਿਕਾਸ ਸਾਂਝੇਦਾਰੀ ਵੀ ਹੈ। BC ਕੰਪਨੀ ਜੋ ਕਿ ਕਾਫੀ ਨਵੀਂ ਹੈ 2020 ਵਿੱਚ ਸ਼ੁਰੂ ਹੋਈ ਸੀ ਅਤੇ ਸਥਿਰਤਾ ਲਈ ਵਚਨਬੱਧ ਹੈ। ALUULA ਦੇ ਪ੍ਰੈਜ਼ੀਡੈਂਟ ਅਤੇ CEO ਨੇ ਕਿਹਾ ਕਿ ਇਹ ਪਹਿਲੀ ਸਮੱਗਰੀ ਹੈ ਜੋ ਗੂੰਦ ਦੀ ਵਰਤੋਂ ਨਾ ਕਰਦੇ ਹੋਏ ਇੱਕ ਮਿਸ਼ਰਤ ਵਜੋਂ ਕੀਤੀ ਗਈ ਹੈ ਤਾਂ ਜੋ ਇਸ ਨੂੰ ਇਸਦੇ ਉਪਯੋਗੀ ਜੀਵਨ ਦੇ ਅੰਤ ਵਿੱਚ ਰਿਸਾਈਕਲ ਕਰਨ ਦੀ ਇਜਾਜ਼ਤ ਵੀ ਮਿਲਦੀ ਹੈ, ਜੋ ਕਿ ਪੋਲੀਥੀਨ ਪਲਾਸਟਿਕ ਆਧਾਰਿਤ ਸਮੱਗਰੀ ਵਿੱਚ ਬਹੁਤ ਵੱਖਰੀ ਹੈ ਅਤੇ ਇਹ ਇੱਕ ਛੋਟੀ ਕੰਪਨੀ ਲਈ ਇੱਕ ਸੱਚਮੁੱਚ ਵਿਲੱਖਣ ਮੌਕਾ ਹੈ ਜੋ ਬ੍ਰਿਟਿਸ਼ ਕੋਲੰਬੀਆ ਦੇ ਪੱਛਮੀ ਤੱਟ ਤੇ ਕੁਝ ਕਰ ਰਹੀ ਹੈ ਜਿਸ ਦਾ ਇਸ ਕਿਸਮ ਦਾ ਪ੍ਰਭਾਵ ਹੋਵੇਗਾ। ਬੁਲਟਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।